ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ ਦੀ। ਕੱਲ ਰੈਲੀ ਹੋਈ, ਸੁਖਬੀਰ ਸਿੰਘ ਬਾਦਲ ਨੇ ਰੈਲੀ ਕੀਤੀ ਖੇਮਕਰਨ ਦੇ ਵਿੱਚ। 2022 ਦੇ ਆਗਾਜ਼ ਦੀ ਇਹ ਦੂਜੀ ਰੈਲੀ ਸੀ ਤੇ ਦੂਜੀ ਟਿਕਟ ਵੀ ਅਨਾਉਂਸ ਕੀਤੀ ਗਈ ਹੈ। ਇਹ ਰੈਲੀ ਇਸ ਲਈ ਖਾਸ ਰਹੀ ਕਿਉਂਕਿ ਨਜ਼ਰਾਂ ਟਿਕੀਆਂ ਹੋਈਆਂ ਸੀ ਵਿਰਸਾ ਸਿੰਘ ਵਲਟੋਹਾ ਅਤੇ ਜਿਹੜੇ ਬਾਦਲ ਪਰਿਵਾਰ ਦੇ ਜਵਾਈ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੋ ਕਿ ਪੋਤੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ। ਖੇਮਕਰਨ ਹਲਕੇ ਦੀ ਟਿਕਟ ਦੇ ਲਈ ਆਪਸ ਦੇ ਵਿੱਚ ਇਹਨਾਂ ਦੀ ਤਣੀ ਹੋਈ ਸੀ, ਵਲਟੋਹਾ ਪਰਿਵਾਰ ਅਤੇ ਕੈਰੋਂ ਪਰਿਵਾਰ ਦੀ। ਤਾਂ ਫੈਸਲਾ ਕਰਨਾ ਸੀ ਬਾਦਲ ਪਰਿਵਾਰ ਨੇ। ਬਾਦਲ ਪਰਿਵਾਰ ਦੇ ਇੱਕ ਪਾਸੇ ਜਵਾਈ ਸੀ, ਦੂਜੇ ਪਾਸੇ ਬਾਦਲ ਪਰਿਵਾਰ ਦੇ ਕਰੀਬੀ ਸੀ। ਕੱਲ ਟਿਕਟ ਪਰ ਅਨਾਉਂਸ ਕੀਤੀ ਬਾਦਲ ਪਰਿਵਾਰ ਨੇ ਆਪਣੇ ਜਵਾਈਆਂ ਦੇ, ਆਪਣੇ ਜਵਾਈ ਦੇ ਅਗੇਂਸਟ ਜਾ ਕੇ ਆਪਣੇ ਕਰੀਬੀ ਸਾਥੀ ਵਿਰਸਾ ਸਿੰਘ ਵਲਟੋਹਾ ਨੂੰ ਜਿਹੜੀ ਹੈ ਉਹ ਟਿਕਟ ਅਨਾਉਂਸ ਕਰ ਦਿੱਤੀ। ਤਾਂ ਹੁਣ ਕੀ ਕੁਝ ਸਮੀਕਰਨ ਰਹਿਣ ਵਾਲੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਧੀ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਜਿਹੜਾ ਹੈ ਉਹ ਕੀ ਕੁਝ ਅੱਗੇ ਰੁਖ ਅਖਤਿਆਰ ਕਰਨ ਵਾਲੇ ਆ। ਕਿ ਕਾਂਗਰਸ ਛੱਡ ਦੇਣਗੇ, ਕਿ ਨਾਰਾਜ਼ਗੀ ਦੇ ਨਾਲ ਅਕਾਲੀ ਦਲ ਦੇ ਵਿੱਚ ਬਣੇ ਰਹਿਣਗੇ। ਇਸ ਪੂਰੀ ਖਬਰ ਦੇ ਉੱਪਰ, ਕਿਉਂਕਿ ਬਹੁਤ ਜ਼ਿਆਦਾ ਵੱਡੀ ਖਬਰ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਦੂਜੇ ਪਾਸੇ ਬਾਦਲਾਂ ਦੇ ਕਰੀਬੀ ਸੀ ਤੇ ਇੱਕ ਪਾਸੇ ਬਾਦਲਾਂ ਦੀ ਆਪਣੀ ਧੀ, ਸਕੀ ਧੀ ਤੇ ਜਵਾਈ ਸੀ। ਪਰ ਬਾਦਲ ਪਰਿਵਾਰ ਜਿਹੜਾ ਉਹ ਵਲਟੋਹਾ ਦੇ ਹੱਕ ਦੇ ਵਿੱਚ ਭੁਗਤਿਆ। ਇਸ ਪੂਰੀ ਖਬਰ ਤੇ ਵਿਚਾਰ ਚਰਚਾ ਕਰਾਂਗੇ ਕਿਉਂਕਿ ਇਹ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰੱਖ ਦੇਣ ਵਾਲੇ ਸਮੀਕਰਨ ਪੈਦਾ ਕਰ ਸਕਦੀ ਹੈ ਜੇਕਰ ਪੱਟੀ ਹਲਕੇ ਦੇ ਵਿੱਚ ਜੇਕਰ ਬਾਦਲ ਪਰਿਵਾਰ ਤੇ ਅਕਾਲੀ ਦਲ ਦੇ ਵਿੱਚੋਂ ਕੈਰੋਂ ਪਰਿਵਾਰ ਦੀ ਹਲਚਲ ਹੁੰਦੀ ਹੈ। ਤਾਂ ਇਸ ਪੂਰੇ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਧੰਨਵਾਦ ਸੁਖਵਿੰਦਰ, ਔਰ ਲੋਕਨਾਥ ਟੀਵੀ ਦੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਭੋਗਲ ਸਾਹਿਬ, ਆਪਾਂ ਚਰਚਾ ਕੀਤੀ ਸੀ, ਕੱਲ ਹੀ ਆਪਾਂ ਚਰਚਾ ਕਰਕੇ ਹਟੇ ਆ ਇਸ ਮਾਮਲੇ ਦੇ ਉੱਪਰ ਕਿ ਜੇਕਰ ਟਿਕਟ ਅਨਾਉਂਸ ਨਹੀਂ ਹੁੰਦੀ ਤਾਂ ਫਿਰ ਕੀ ਕੁਝ ਬਣੇਗਾ। ਤੁਸੀਂ ਸਾਫ਼ ਕਹਿਤਾ ਸੀਗਾ ਕਿ ਬਾਦਲ ਪਰਿਵਾਰ ਦਾ ਜਿਹੜਾ ਰੁਖ ਹੈ ਉਹ ਵਲਟੋਹਾ ਪਰਿਵਾਰ ਦੇ ਵੱਲ ਜ਼ਿਆਦਾ ਹੈ। ਵਲਟੋਹਾ ਪਰਿਵਾਰ ਨੂੰ ਤੁਸੀਂ ਪੱਕਾ ਹੀ ਕਹਿਤਾ ਸੀ ਵਲਟੋਹਾ ਨੂੰ ਅਨਾਉਂਸ ਕਰ ਹੀ ਦੇਣੀ ਹੈ। ਅੱਜ ਉਹੀ ਗੱਲਾਂ ਬਾਤਾਂ ਹੋਈਆਂ ਨੇ ਕੱਲ ਜੋ ਰੈਲੀ ਹੋਈ ਹੈ ਖੇਮਕਰਨ ਦੇ ਵਿੱਚ। ਤਾਂ ਕਿਵੇਂ ਦੇਖਦੇ ਹੋ ਕਿ ਹੁਣ ਕੈਰੋਂ ਪਰਿਵਾਰ ਦਾ ਜਿਹੜਾ ਹੈਗਾ ਸਿਆਸੀ ਭਵਿੱਖ ਕੀ ਰਹਿਣ ਵਾਲਾ? ਸੁਖਵਿੰਦਰ, ਇਹ ਜੋ ਕੁਝ ਉੱਥੇ ਹੋਇਆ ਹੈ ਇਹ ਕੱਲਾ ਵਿਰਸਾ ਸਿੰਘ ਵਲਟੋਹਾ ਦਾ ਕੀਤਾ ਹੋਇਆ ਨਹੀਂ ਹੈ। ਇਹਦੇ ਪਿੱਛੇ ਬਿਕਰਮ ਸਿੰਘ ਮਜੀਠੀਆ ਸਾਫ਼ ਔਰ ਸਪਸ਼ਟ ਨਜ਼ਰ ਆ ਰਿਹਾ। ਕੱਲ ਸਟੇਜ ਦੇ ਉੱਤੇ ਵੀ ਉਹਨਾਂ ਨੇ ਜਿਸ ਤਰੀਕੇ ਨਾਲ ਆਪਣੇ ਆਪ ਦੇ ਵਿਚਾਰ ਪੇਸ਼ ਕੀਤੇ, ਜਿਸ ਤਰੀਕੇ ਨਾਲ ਉਹਨਾਂ ਨੇ ਵਿਰਸਾ ਸਿੰਘ ਵਲਟੋਹਾ ਦਾ ਕੇਸ ਪ੍ਰੈਜ਼ੈਂਟ ਕੀਤਾ, ਈਵਨ ਵਿਰਸਾ ਸਿੰਘ ਵਲਟੋਹੇ ਦੇ ਬੇਟੇ ਦਾ ਵੀ ਨਾਮ ਉਹਨਾਂ ਨੇ ਲਿਆ, ਔਰ ਜਿਸ ਤਰੀਕੇ ਨਾਲ ਬਿਲਕੁਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਾਂ ਉਹਨਾਂ ਦੇ ਪਰਿਵਾਰ ਦਾ ਨਾਮ ਤੱਕ ਵੀ ਉੱਥੇ ਨਹੀਂ ਲਿਆ ਗਿਆ, ਤਾਂ ਉੱਥੋਂ ਸਪਸ਼ਟ ਜ਼ਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠੀਆ ਆਪਣੇ ਕਰੀਬੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਨੂੰ, ਕੈਰੋਂ ਨੂੰ ਇੱਕ ਬੜਾ ਜ਼ਬਰਦਸਤ ਸੁਨੇਹਾ ਦੇਣਾ ਚਾਹੁੰਦੇ ਹੈ ਕਿ ਉਹਨਾਂ ਦੀ ਕੋਈ ਹੁਣ ਪੁੱਛ ਪੜਤਾਲ ਜਿਹੜੀ ਹੈ ਅਕਾਲੀ ਦਲ ਦੇ ਵਿੱਚ ਨਹੀਂ ਹੈ। ਤੁਸੀਂ ਸਾਡੇ ਪੁਰਾਣੇ ਪ੍ਰੋਗਰਾਮ ਜਿਹੜੇ ਆਪਾਂ ਕੀਤੇ ਉਹਦਾ ਰੈਫਰੈਂਸ ਦੇ ਰਹੇ ਹੋ, ਹਵਾਲਾ ਦੇ ਰਹੇ ਹੋ ਕਿ ਉਹਦੇ ਵਿੱਚ ਵੀ ਅਸੀਂ ਇਹ ਕਿਹਾ ਗਿਆ ਸੀਗਾ, ਔਰ ਮੈਂ ਉਹਦੇ 'ਚ ਇਹ ਕਿਹਾ ਸੀਗਾ ਕਿ ਮੈਨੂੰ ਲੱਗਦਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਪਸ ਕਾਂਗਰਸ ਦੇ ਵਿੱਚ ਜਾ ਸਕਦੇ ਆ ਕਿਉਂਕਿ ਕਾਂਗਰਸ ਨਾਲ ਉਹਨਾਂ ਦਾ ਪਰਿਵਾਰ ਬਹੁਤ ਕਰੀਬੀ ਜੁੜਿਆ ਰਿਹਾ ਹੈਗਾ। ਕੱਲ ਲੇਕਿਨ ਸ਼ਾਮ ਕੱਲ ਮੇਰੀ ਇੱਕ ਪੰਜਾਬ ਦੇ ਬਹੁਤ ਹੀ ਸਾਬਕਾ ਸੀਨੀਅਰ ਔਰ ਬਾਰਸੂਖ ਪੁਲਿਸ ਅਧਿਕਾਰੀ ਜਿਹੜੇ ਪਿੱਛੇ ਜੇ ਰਿਟਾਇਰ ਹੋਏ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਔਰ ਉਹਨਾਂ ਦਾ ਰਿਐਕਸ਼ਨ ਮੇਰੀ ਇਸੇ ਜਿਹੜੀ ਮੈਂ ਇੱਕ ਕਿਸਮ ਦੀ ਭਵਿੱਖਬਾਣੀ ਕੀਤੀ ਸੀ ਉਹਦੇ ਤੇ ਆਇਆ। ਉਹ ਕਹਿੰਦੇ ਕਿ ਇਹ ਨਹੀਂ ਹੋ ਸਕਦਾ ਕਿ ਆਦੇਸ਼ ਪ੍ਰਤਾਪ ਸਿੰਘ ਜਿਹੜਾ ਹੈ ਉਹ ਕੈਰੋਂ ਕਾਂਗਰਸ ਦੇ ਵਿੱਚ ਚਲਾ ਜਾਏ, ਕਿ ਉਹ ਕਿਉਂਕਿ ਕਾਫੀ ਆਪਸ ਦੇ ਵਿੱਚ ਉਹਨਾਂ ਦਾ ਤਬਾਦਲਾ ਖਿਆਲ ਹੁੰਦਾ ਰਹਿੰਦਾ ਤੇ ਉਹਨਾਂ ਦਾ ਇਹ ਖਿਆਲ ਸੀ। ਤੇ ਮੈਂ ਉਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਕੱਲ ਦੀ ਰੈਲੀ ਉਡੀਕ ਲਈਏ, ਹੋ ਸਕਦਾ ਚਲੋ ਤੁਸੀਂ ਠੀਕ ਹੋਵੋ ਜਾਂ ਮੈਂ ਠੀਕ ਹੋਵਾਂ, ਆਪਸ ਦੇ ਵਿੱਚ ਸਾਡਾ ਕਾਫੀ ਮੁਹੱਬਤ ਦਾ ਸੰਬੰਧ ਹੈ। ਤੇ ਉਸ ਲਹਿਜੇ 'ਚ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ। ਤਾਂ ਅੱਜ ਜਿਹੜੀ ਚੀਜ਼ ਦਾ ਡਰ ਸੀਗਾ ਜਾਂ ਜਿਹੜੀ ਚੀਜ਼ ਨਜ਼ਰ ਹੀ ਆ ਰਹੀ ਸੀ ਉਹ ਸਪਸ਼ਟ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਉੱਥੇ ਕਰ ਦਿੱਤੀ। ਉਹਨਾਂ ਨੇ ਇੱਕ ਕਿਸਮ ਦਾ ਸੁਨੇਹਾ ਦੇ ਦਿੱਤਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕਿ ਉਹਨਾਂ ਦੀ ਕੋਈ ਬੁਕਤ ਨਹੀਂ ਹੈ। ਪਰਿਵਾਰ ਦੇ ਵਿੱਚ ਤਾਂ ਪਹਿਲਾਂ ਹੀ ਨਹੀਂ ਸੀ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਆਪਸ ਦੇ ਵਿੱਚ ਉਹਨਾਂ ਦੀ ਆਪਸੀ ਕਲਾਮ ਵੀ ਨਹੀਂ ਹੈ ਸਾਲੇ ਭਤੋਈਏ ਦਾ। ਤੇ ਹੁਣ ਜਿਹੜਾ ਹੈ ਉਸ ਪਰਿਵਾਰ ਦੀ ਰਾਜਨੀਤਿਕ ਦਾਇਰੇ ਦੇ ਵਿੱਚੋਂ ਵੀ ਉਹਨਾਂ ਨੂੰ ਸਾਫ਼ ਔਰ ਸਪਸ਼ਟ ਜਿਹੜਾ ਹੈ ਮੱਖਣ ਚੋਂ ਬਾਲ ਵਾਂਗ ਕੱਢ ਕੇ ਪਰੇ ਕਰ ਦਿੱਤਾ ਗਿਆ। ਦੇਖਣ ਵਾਲੀ ਗੱਲ ਇਹ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਸਾਰੀ ਜੋ ਡਿਵੈਲਪਮੈਂਟ ਹੈ ਉਸ ਨੂੰ ਕਿਸ ਤਰੀਕੇ ਨਾਲ ਇਸ ਨੂੰ ਲੈਣਗੇ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਬਜ਼ੁਰਗ ਨੇ, ਜਿਨ੍ਹਾਂ ਦੇ ਉਹ ਜਵਾਈ ਨੇ, ਜਿਨ੍ਹਾਂ ਦੀ ਬੇਟੀ ਨਾਲ ਉਹਨਾਂ ਦਾ ਸ਼ਾਦੀ ਹੋਈ ਹੈ, ਉਹਨਾਂ ਨੇ ਵੀ ਹਾਲੇ ਤੱਕ ਕੋਈ ਇਸ ਦੇ ਬਾਰੇ ਕੁਝ ਨਹੀਂ ਕਿਹਾ।
ਮੈਨੂੰ ਨਹੀਂ ਪਤਾ ਉਹਨਾਂ ਨੇ ਅੰਦਰ ਗਤੀ ਬੁਲਾ ਕੇ ਸੁਖਬੀਰ ਨੂੰ ਜਾਂ ਹਰਸਿਮਰਤ ਕੌਰ ਨੂੰ ਕਿਹਾ ਹੋਵੇ, ਕੁਝ ਤਾਂ ਅਸੀਂ ਕਹਿ ਨਹੀਂ ਸਕਦੇ, ਲੇਕਿਨ ਪਬਲਿਕਲੀ ਹਜੇ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਨਹੀਂ ਆਇਆ ਕਿ ਉਹ ਆਪਣੇ ਜਵਾਈ ਦਾ ਜਿਹੜਾ ਇੰਟਰਸਟ ਹੈ ਉਸ ਨੂੰ ਬਚਾਉਣਗੇ ਜਾਂ ਖਾਮੋਸ਼ ਰਹਿਣਗੇ। ਜ਼ਿਆਦਾਤਰ ਮੈਨੂੰ ਇਹੀ ਲੱਗ ਰਿਹਾ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਔਰ ਸੁਖਬੀਰ ਨੇ ਉੱਥੇ ਕਾਰਵਾਈ ਕੀਤੀ ਹੈ, ਉਹ ਖਾਮੋਸ਼ ਹੀ ਰਹਿਣਗੇ ਔਰ ਆਪਣੇ ਸਾਹਮਣੇ ਜਿਹੜਾ ਹੈ ਆਪਣੀ ਜਿਹੜਾ ਜਵਾਈ ਹੈ ਉਸ ਨੂੰ ਆਪਣੀ ਪਾਰਟੀ ਨਾਲੋਂ ਅਲੱਗਾ ਹੁੰਦਾ ਹੋਇਆ ਸ਼ਾਇਦ ਉਹ ਦੇਖਣਗੇ। ਵਲਟੋਹਾ ਨੇ ਸਾਡਾ ਕਿਆਸ ਰਾਈ ਜੀ 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 ਵਲਟੋਹਾ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਸਪੀਚ ਦੇ ਲਈ ਬੁਲਾਉਣਾ ਸੀ ਤਾਂ ਉਹ ਇਸ ਤਰੀਕੇ ਦੇ ਨਾਲ ਬੁਲਾਇਆ ਗਿਆ, ਉਸ ਤੋਂ ਸਾਫ਼ ਸਪਸ਼ਟ ਹੁੰਦਾ ਸੀ ਕਿ ਵਲਟੋਹਾ ਨੂੰ ਜੋ ਵਲਟੋਹੇ ਦੇ ਪਿਛਲੇ ਦਿਨੀ ਬਿਆਨ ਆਇਆ ਉਹਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਦੀ ਝਲਕ ਸਾਫ਼ ਜਿਹੜੀ ਉਹ ਨਜ਼ਰ ਆ ਰਹੀ ਸੀ, ਜਿਸ ਤਰੀਕੇ ਦੇ ਨਾਲ ਸਟੇਜ ਤੇ ਵਿਕਰਮ ਸਿੰਘ ਮਜੀਠੀਆ ਨੂੰ ਵਲਟੋਹੇ ਦੇ ਵੱਲੋਂ ਬੁਲਾਇਆ ਗਿਆ। ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ, ਵਿਰਸਾ ਸਿੰਘ ਵਲਟੋਹਾ ਜਾਂ ਕਿਸੇ ਹੋਰ ਐਮਐਲਏ ਦੀ, ਮਾਝੇ ਇਲਾਕੇ ਦੇ ਜਿਹੜੇ ਐਮਐਲਏ ਖੜੇ ਨੇ ਅਕਾਲੀ ਦਲ ਦੇ ਜਾਂ ਜਿਹੜੇ ਉਹਨਾਂ ਦੇ ਮੇਨ ਉੱਥੇ ਲੀਡਰ, ਕਿਸੇ ਦੀ ਇੰਨੀ ਜੁਰਤ ਨਹੀਂ ਹੈ ਕਿ ਜੇ ਉਹਨੂੰ ਸਪਸ਼ਟ ਇਸ਼ਾਰਾ ਨਾ ਹੋਵੇ ਵਿਕਰਮ ਸਿੰਘ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਉਹ ਕਿਸੇ ਦੇ ਖਿਲਾਫ ਇਸ ਤਰ੍ਹਾਂ ਬੋਲ ਜਾਏ, ਔਰ ਉਹ ਵੀ ਬਾਦਲ ਸਾਹਿਬ ਦੇ ਜਵਾਈ ਦੇ ਬਾਰੇ, ਜਿਹੜਾ ਉਹਨਾਂ ਦਾ ਇਕਲੌਤਾ ਜਵਾਈ ਹੈ, ਉਹਦੇ ਬਾਰੇ ਇਹੋ ਜਿਹੇ ਲਫ਼ਜ਼ ਜਿਹੜੇ ਹੈ ਉਹਨਾਂ ਨੇ ਬੋਲੇ ਕਿ ਅਸੀਂ ਇਹਨੂੰ ਇੱਥੋਂ ਭਜਾ ਦਿਆਂਗੇ। ਇਹ ਚੀਜ਼ ਹਰਗਿਜ਼ ਉਹਨਾਂ ਦੇ ਵਿਕਰਮ ਮਜੀਠੀਆ ਦੇ ਇਸ਼ਾਰੇ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਤਾਂ ਇਹ ਸਾਰਾ ਕੁਝ ਆਵਾਜ਼ ਚਾਹੇ ਵਿਰਸਾ ਸਿੰਘ ਵਲਟੋਹਾ ਦੀ ਸੀ, ਉਹਦੇ ਪਿੱਛੇ ਸਾਰੀ ਜਿਹੜੀ ਹੈ ਚਾਬੀ ਉਹ ਵਿਕਰਮ ਸਿੰਘ ਮਜੀਠੀਆ ਦੀ ਸੀ। ਤਾਂ ਉਹਨਾਂ ਨੇ ਕੱਲ੍ਹ ਦੀ ਰੈਲੀ ਦੇ ਵਿੱਚ ਹਰ ਤਰੀਕੇ ਨਾਲ, ਹਰ ਸ਼ਬਦ ਨਾਲ, ਹਰ ਤਰ੍ਹਾਂ ਦੀ ਬਾਡੀ ਲੈਂਗੁਏਜ ਵਰਤ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਸੁਨੇਹਾ ਦਿੱਤਾ ਕਿ ਭਾਈ ਤੇਰਾ ਇੱਥੇ ਹੁਣ ਕੁਝ ਨਹੀਂ ਹੈ, ਯੂ ਬੈਟਰ ਲੀਵ ਦ ਪਾਰਟੀ। ਹੁਣ ਸਿਰਫ ਔਰ ਸਿਰਫ ਇਹ ਦੇਖਣਾ ਬਾਕੀ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਸਾਰੀ ਡਿਵੈਲਪਮੈਂਟ ਨੂੰ ਕਿਸ ਤਰੀਕੇ ਨਾਲ ਰਿਐਕਟ ਕਰਦੇ ਆ, ਕਿਉਂਕਿ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ। ਉਹ ਪਰਸੋਂ ਚੰਡੀਗੜ੍ਹ ਸੀਗੇ, ਉਹਨਾਂ ਨੂੰ ਕੋਈ ਸੱਦਾ ਪੱਤਰ ਇਸ ਰੈਲੀ ਦਾ ਨਹੀਂ ਭੇਜਿਆ ਗਿਆ ਸੀਗਾ, ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਵੀ ਨਹੀਂ ਆਇਆ। ਉਹ ਕੀ ਕਾਰਵਾਈ ਕਰਨਗੇ, ਇਮੀਡੀਏਟਲੀ ਕੋਈ ਕਾਰਵਾਈ ਕਰਨਗੇ ਜਾਂ ਇੰਤਜ਼ਾਰ ਕਰਨਗੇ, ਇਹ ਸਾਰਾ ਕੁਝ ਦੇਖਣ ਦੀ ਇੱਕ ਲੋੜ ਹੈ। ਪਰ ਅਕਾਲੀ ਦਲ ਬਾਦਲ ਨੇ ਇੱਕ ਤਰੀਕੇ ਦੇ ਨਾਲ ਪਾਰਟੀ ਦੇ ਵਿੱਚੋਂ ਕੱਢ ਦਿੱਤਾ, ਕਿਉਂਕਿ ਬੜੇ ਸੀਨੀਅਰ ਮੰਤਰੀ ਰਹਿ ਚੁੱਕੇ ਆ ਉਸ ਹਲਕੇ ਦੇ ਵਿੱਚੋਂ, ਉਹਨਾਂ ਦੇ ਆਪਣੇ ਪਰਿਵਾਰ ਦਾ ਵੀ ਬੜਾ ਜ਼ਿਆਦਾ ਜਿਹੜਾ ਮੈਂ ਤਾਂ ਕਹਿ ਹੀ ਰਿਹਾ ਕਿ ਇਹਨਾਂ ਨੇ ਆਪਣੇ ਵੱਲੋਂ ਜੋ ਕੁਝ ਕਰਨਾ ਸੀ ਉਹ ਕਰ ਦਿੱਤਾ। ਹੁਣ ਸਿਰਫ ਔਰ ਸਿਰਫ ਆਦੇਸ਼ ਪ੍ਰਤਾਪ ਦਾ ਰਿਐਕਸ਼ਨ ਦੀ ਇੰਤਜ਼ਾਰ ਹੈ। ਅਕਾਲੀ ਦਲ ਬਾਦਲ ਵੱਲੋਂ ਕੋਈ ਹੁਣ ਹੋਰ ਕੁਝ ਕਰਨ ਦੀ ਲੋੜ ਨਹੀਂ, ਕੋਈ ਕਸਰ ਛੱਡਣ ਦੀ ਲੋੜ ਨਹੀਂ। ਔਰ ਮੈਨੂੰ ਨਹੀਂ ਲੱਗਦਾ ਕਿ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ, ਮੈਂ ਲਫ਼ਜ਼ ਇਸਤੇਮਾਲ ਕਰਾਂਗਾ, ਜਿਸ ਤਰੀਕੇ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਇਸ ਨੂੰ ਉਹ ਆਰਾਮ ਦੇ ਨਾਲ ਜਿਹੜਾ ਹੈ ਬਰਦਾਸ਼ਤ ਕਰਨਗੇ। ਆਈ ਐਮ ਸ਼ੋਰ ਹੀ ਵਿਲ ਰਿਐਕਟ ਪੋਲੀਟੀਕਲੀ ਐਂਡ ਹੀ ਵਿਲ ਟੇਕ ਅ ਵੈਰੀ ਸੂਟੇਬਲ ਸਟੈਪ ਟੂ ਟੀਚ ਥੀਸ ਪੀਪਲ ਅ ਲੈਸਨ ਟੂ ਸੈਟਲ ਦ ਸਕੋਰ। ਇਹਨਾਂ ਦੇ ਨਾਲ ਜਿਹੜਾ ਹੈ ਆਪਣਾ ਉਹ ਹਿਸਾਬ ਕਿਤਾਬ ਬਰਾਬਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ, ਪਰ ਕਿੱਦਾਂ ਕਰਨਗੇ ਤਾਂ ਉਹੀ ਦੱਸ ਸਕਦੇ ਆ, ਸੋ ਸਾਨੂੰ ਇੰਤਜ਼ਾਰ ਕਰਨਾ ਪਊਗਾ। ਫੋਗਰ ਸਾਹਿਬ, ਸੁਖਬੀਰ ਸਿੰਘ ਬਾਦਲ ਤੇ ਵੀ ਸਵਾਲ ਉੱਠਣੇ ਲਾਜ਼ਮੀ ਨੇ, ਕਿਉਂਕਿ ਜੇਕਰ ਆਪਣੇ ਚਾਚੇ ਦੇ ਮੁੰਡੇ ਮਨਪ੍ਰੀਤ ਬਾਦਲ ਨਾਲ ਨਹੀਂ ਬਣੀ, ਜੇਕਰ ਆਪਣੇ ਜਿਹੜੀ ਹੈਗੀ ਸਕੀ ਭੈਣ ਜਿਹੜੀ ਪ੍ਰਨੀਤ ਕੌਰ ਉਹਦੇ ਨਾਲ ਨਹੀਂ ਬਣੀ, ਸਕੇ ਜੀਜੇ ਨਾਲ ਨਹੀਂ ਬਣੀ, ਤਾਂ ਸਿਰਫ ਨਿਭਾ ਵਿਕਰਮ ਸਿੰਘ ਮਜੀਠੀਆ ਆਪਣੇ ਸਾਲੇ ਦੇ ਨਾਲ ਰਹੇ। ਦੇਖੋ, ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੀ ਮਰਹੂਮ ਜਿਹੜੀ ਮਾਂ ਸੀ ਸੁਰਿੰਦਰ ਕੌਰ ਬਾਦਲ, ਉਹਨਾਂ ਦਾ ਰੋਲ ਜਿਹੜਾ ਹੈ ਬਾਦਲ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਤਫਰਕਾ ਪੈਦਾ ਕਰਨ ਦੇ ਵਿੱਚ ਅਕਸਰ ਹੀ ਉਹਦੀ ਚਰਚਾ ਹੁੰਦੀ, ਖੁੰਡ ਚਰਚਾ ਜਦੋਂ ਹੁੰਦੀ, ਅਕਾਲੀ ਜਥੇਦਾਰ ਜਦੋਂ ਬੈਠਦੇ ਹੈ ਤਾਂ ਉਹ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਗੱਲਾਂ ਸੁਣਾਉਂਦੇ ਆ, ਸੁਖਬੀਰ ਸਿੰਘ ਬਾਦਲ ਨੂੰ ਕਿਸ ਤਰੀਕੇ ਨਾਲ ਉਹ ਪੈਟਰਨਾਈਜ਼ ਕਰਦੀ ਸੀ। ਇਹ ਵੀ ਉਹ ਕਹਿੰਦੇ ਆ ਕਿ ਬਾਦਲ ਸਾਹਿਬ ਨਹੀਂ ਸੀ ਚਾਹੁੰਦੇ ਕਿ ਮਨਪ੍ਰੀਤ ਬਾਦਲ ਨੂੰ ਇਸ ਤਰੀਕੇ ਨਾਲ ਜਿਹੜਾ ਹੈ ਉਹ ਨੁਕਰੇ ਲਾਇਆ ਜਾਵੇ ਜਾਂ ਉਹਨੂੰ ਬਾਈਪਾਸ ਕੀਤਾ ਜਾਵੇ, ਲੇਕਿਨ ਸੁਰਿੰਦਰ ਕੌਰ ਬਾਦਲ ਆਪਣੇ ਪੁੱਤਰ ਮੋਹ ਦੇ ਵਿੱਚ ਜਿਹੜੀ ਹੈ ਉਹ ਕਾਫੀ ਜ਼ਿਆਦਾ ਅੱਗੇ ਸੀ ਔਰ ਉਸਨੇ ਇਹ ਸਾਰਾ ਜਿਹੜਾ ਹੈ ਮੈਨੀਪੂਲੇਸ਼ਨ ਕੀਤੀ। ਇਸੇ ਤਰ੍ਹਾਂ ਆਪਣੇ ਜਵਾਈ ਨੂੰ ਵੀ ਉਸਨੇ ਜਿਹੜਾ ਹੈ ਸਾਈਡਲਾਈਨ ਕੀਤਾ ਤਾਂ ਕਿ ਉਹਦੇ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਸ ਦੇ ਲਈ ਕੋਈ ਮੁਕਾਬਲਾ ਹੀ ਨਾ ਰਹਿ ਜਾਏ ਪਰਿਵਾਰ ਦੇ ਵਿੱਚ, ਕਿ ਕੋਈ ਹੋਰ ਪਰਿਵਾਰ ਦੇ ਵਿੱਚੋਂ ਜਿਹੜਾ ਹੈ ਬਾਦਲ ਸਾਹਿਬ ਦੀ ਜਿਹੜੀ ਧਰੋਹਰ ਹੈ ਉਸ ਨੂੰ ਅਕਵਾਇਰ ਕਰਨ ਲਈ ਅੱਗੇ ਆ ਜਾਵੇ। ਸੋ ਉਸ ਚੀਜ਼ ਨੂੰ ਅੱਗੇ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਆਪ ਪੋਲੀਟੀਕਲੀ ਕਿੰਨੇ ਸਿਆਣੇ ਆ ਸਾਰਿਆਂ ਨੂੰ ਪਤਾ ਹੈ। ਉਹਨਾਂ ਨੂੰ ਜਿਹੜਾ ਹੈ ਪਿੱਛੋਂ ਕਿਸ ਤਰੀਕੇ ਨਾਲ ਜਿਹੜਾ ਹੈ ਮੈਨੇਜ ਕੀਤਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਏ ਵੱਲੋਂ ਔਰ ਉਹਨਾਂ ਦੇ ਜਿਹੜੀ ਹੈ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ, ਇਹ ਹੁਣ ਤਕਰੀਬਨ ਜਗ ਜ਼ਾਹਿਰ ਹੈਗਾ, ਕਿਉਂਕਿ ਇਮੀਡੀਏਟਲੀ ਸੁਖਬੀਰ ਸਿੰਘ ਬਾਦਲ ਨੂੰ ਵੀ ਲਾਂਭੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਾਦਲ ਪਰਿਵਾਰ ਦਾ ਨਾਂ ਹਜੇ ਤੱਕ ਵੀ ਅਕਾਲੀ ਦਲ 'ਚ ਜੁੜਿਆ ਹੋਇਆ ਹੈ। ਸੋ ਸੂਨਰ ਆਰ ਲੇਟਰ ਜਦੋਂ ਕਿਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੀ ਸ਼ਖਸੀਅਤ ਹੈ ਉਸ 'ਤੇ ਵੀ ਬੱਦਲ ਛਾਏ ਤਾਂ ਕੁਆਇਟ ਪੋਸੀਬਲ ਹੈ ਕਿ ਵਿਕਰਮ ਸਿੰਘ ਮਜੀਠੀਆ ਵੀ ਜਿਹੜਾ ਹੈਗਾ ਉਹ ਸੁਖਬੀਰ ਸਿੰਘ ਬਾਦਲ ਨੂੰ ਇੱਕ ਪਾਸੇ ਕਰਕੇ ਆਪ ਉਸ ਪਾਰਟੀ ਦੇ ਉੱਤੇ ਕਾਬਜ਼ ਹੋਣਾ ਚਾਹੇ, ਕਿਉਂਕਿ ਸਿਆਸਤ ਦੇ ਵਿੱਚ ਕੋਈ ਰਿਸ਼ਤਾ
ਕੋਈ ਕਿਸੇ ਕਿਸਮ ਦਾ ਲਿਹਾਜ਼ ਨਹੀਂ ਹੈ। ਅਸੀਂ ਦੇਖ ਹੀ ਰਹੇ ਹਾਂ, ਸਾਡੇ ਸਾਹਮਣੇ ਪਹਿਲਾਂ ਵੀ ਬਹੁਤ ਕੁਝ ਹੋਇਆ, ਹੁਣ ਵੀ ਬਹੁਤ ਕੁਝ ਹੋ ਰਿਹਾ ਹੈ। ਬਿਲਕੁਲ। ਤੋ ਇਹ ਸਾਰੀ ਖੇਡ ਜਿਹੜੀ ਹੈਗੀ ਹੈ, ਸੱਤਾ ਦੀ ਖੇਡ ਚੱਲ ਰਹੀ ਹੈ, ਔਰ ਸੱਤਾ ਦੇ ਨਾਲ ਜਿਹੜਾ ਅਰਬਾਂ ਰੁਪਏ ਦਾ ਬਿਜ਼ਨਸ ਦਾ ਜਿਹੜਾ ਫਾਇਦਾ ਹੈ, ਜਿਹੜਾ ਕਰੋਨੀ ਕੈਪੀਟਲਿਜ਼ਮ ਦਾ ਜਿਹੜਾ ਫਾਇਦਾ ਹੈ, ਇਹ ਪਰਿਵਾਰ ਜਿਹੜੇ ਨੇ, ਬਾਦਲ ਪਰਿਵਾਰ ਦੀ ਸੰਪत्ति ਜਾਂ ਵਿਕਰਮ ਮਜੀਠੀਆ ਦਾ ਜੋ ਇਸ ਵੇਲੇ ਇਕਨੋਮਿਕ ਸਾਰੀ ਜੋ ਸਟੈਂਡਿੰਗ ਹੈ, ਉਹ ਸੱਤਾ ਦੇ ਸਹਾਇਤਾ ਦੇ ਨਾਲ, ਸਹਾਰੇ ਦੇ ਨਾਲ ਹੀ ਇਸ ਤਰੀਕੇ ਨਾਲ ਖੜੀ ਹੋਈ ਹੈ ਤੇ ਸਾਰੀ ਦੌੜ ਉਸ ਤਰੀਕੇ ਨਾਲ ਇਹ ਚੱਲ ਰਹੀ ਹੈ। ਸੋ ਕੋਈ ਹੈਰਾਨੀ ਨਹੀਂ ਹੈ ਕਿ ਉਸ ਦੇ ਵਿੱਚ ਕਿਸੇ ਰਿਸ਼ਤੇਦਾਰੀ ਦਾ, ਕਿਸੇ ਸੰਬੰਧੀ ਦਾ ਕੋਈ ਲਿਹਾਜ਼ ਨਹੀਂ। ਆਪਣੇ ਜਿਹੜੇ ਹੈ ਸਿੱਧੇ ਔਰ ਸਪਸ਼ਟ ਰਾਜਨੀਤਿਕ ਤੇ ਆਰਥਿਕ ਹਿੱਤਾਂ ਦਾ ਧਿਆਨ ਰੱਖਦੇ ਹੋਏ ਸਾਰਾ ਕੁਝ ਕੀਤਾ ਜਾ ਰਿਹਾ ਔਰ ਕੀਤਾ ਜ਼ਿਆਦਾ ਰਹੇਗਾ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਦੇਖਣ ਦੀ ਸਿਰਫ ਹੁਣ ਗੱਲ ਇਹ ਹੈ ਕਿ ਸਰਦਾਰ ਅਰਦੇਸ਼ ਪ੍ਰਤਾਪ ਸਿੰਘ ਕੈਰੋਂ ਕਿਸ ਤਰੀਕੇ ਨਾਲ ਆਪਣੀ ਅਗਲੀ ਚਾਲ, ਜਵਾਬੀ ਚਾਲ ਜਿਹੜੀ ਹੈ ਉਹ ਚੱਲਦੇ ਆ, ਉਹ ਬੜੀ ਦਿਲਚਸਪ ਹੋਏਗੀ। ਉਮੀਦ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੋਈ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਕੋਈ ਇੰਡੀਕੇਸ਼ਨ, ਕੋਈ ਟ੍ਰੈਂਡ ਜਿਹੜਾ ਹੈ ਉਹ ਮਿਲੇਗਾ। ਅਸੀਂ ਆਪਣੀਆਂ ਅੱਖਾਂ ਔਰ ਕੰਨ ਖੁੱਲ੍ਹੇ ਰੱਖਾਂਗੇ। ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਕਿਤੋਂ ਇਨਸਾਈਡਰ ਜਿਹੜੇ ਜ਼ਰਾਏ ਨੇ ਸਾਡੇ, ਉਹਨਾਂ ਤੋਂ ਕੋਈ ਸਾਨੂੰ ਇੰਡੀਕੇਸ਼ਨ ਮਿਲ ਸਕੇ, ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਆਉਣ ਵਾਲੇ ਦਿਨਾਂ 'ਚ ਸਾਂਝੀ ਕਰੀਏ ਕਿ ਕਿਸ ਤਰੀਕੇ ਨਾਲ ਅਰਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਸਾਰੀ ਸਥਿਤੀ ਨੂੰ ਜਿਹੜਾ ਹੈ ਨਿਪਟਣ ਦੀ ਸੋਚ ਰਹੇ ਨੇ। ਭੋਗਲ ਸਾਹਿਬ, ਕਿਵੇਂ ਲੱਗਦਾ ਹੈ ਕਿ ਹੁਣ ਇਹਨਾਂ ਦੇ ਆਪਸੀ ਪਰਿਵਾਰਿਕ ਰਿਲੇਸ਼ਨ ਕਿਵੇਂ ਦੇ ਰਹਿਣ ਵਾਲੇ ਆ, ਤੇ ਉਸ ਤੋਂ ਬਾਅਦ ਸਿਆਸੀ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ ਇਹਨਾਂ ਦਾ? ਸੁਖਵਿੰਦਰ, ਜ਼ਾਹਿਰ ਹੈ ਜਿਹੜੇ ਆਪਸੀ ਪਰਿਵਾਰਿਕ ਸੰਬੰਧ ਤਾਂ ਇਹਨਾਂ ਦੇ ਪਹਿਲਾਂ ਵੀ ਨਹੀਂ ਹੈਗੇ। ਜਦੋਂ ਆਪਾਂ ਕਹਿ ਹੀ ਰਹੇ ਹਾਂ ਕਿ ਸਾਲਾ ਭਲੋਈਆ ਦੇ ਵਿੱਚ ਆਪਸ ਦੇ ਵਿੱਚ ਕਲਾਮ ਹੀ ਨਹੀਂ ਹੈ, ਅਰਦੇਸ਼ ਪ੍ਰਤਾਪ ਸਿੰਘ ਔਰ ਉਹਨਾਂ ਸੁਖਬੀਰ ਸਿੰਘ ਦੇ ਵਿੱਚ ਅਕਸਰ ਸੁਣਨ ਚ ਆਇਆ, ਜੋ ਹੁਣ ਤੱਕ ਅਕਸਰ ਲਗਾਤਾਰ ਸੁਣਨ ਜਾਂਦਾ ਹੈ, ਆਪਸ ਛੱਡੀ ਜਾ ਸਕਦੀ ਹੈ ਭੋਗਲ ਸਾਹਿਬ? ਸਭ ਕੁਝ ਹੋ ਸਕਦਾ। ਜੋ ਅੱਜ ਦਾ ਜ਼ਮਾਨਾ ਜਿਹਦੇ ਵਿੱਚ ਕਿਸੇ ਰਿਸ਼ਤੇ ਦੀ ਕੋਈ ਕਿਸੇ ਕਿਸਮ ਦੀ ਪਰਵਾਹ ਨਹੀਂ, ਔਰ ਫਿਰ ਸੱਤਾ ਦਾ ਜਿਹੜਾ ਦੌੜ ਹੈ, ਜਿਹੜੀ ਰਾਜਨੀਤੀ ਹੈ, ਉਹ ਤਾਂ ਪਹਿਲਾਂ ਹੀ ਬਦਨਾਮ ਹੈ ਕਿ ਉਹ ਕਿਸੇ ਰਿਸ਼ਤੇ ਦੀ ਪਰਵਾਹ ਨਹੀਂ ਕਰਦੀ। ਸਾਡੇ ਤਾਂ ਇਤਿਹਾਸ, ਦੁਨੀਆ ਭਰ ਦਾ ਇਤਿਹਾਸ, ਨਾ ਸਿਰਫ ਭਾਰਤ ਦਾ, ਹਰ ਜਗ੍ਹਾ ਕਿ ਸੱਤਾ ਦੇ ਸੁੱਖ ਲਈ ਤਾਂ ਪਿਓ ਮਾਰੇ ਗਏ, ਭਰਾ ਮਾਰੇ ਗਏ, ਸਾਰੇ ਰਿਸ਼ਤੇਦਾਰ, ਹਰ ਚੀਜ਼ ਦਰਕਿਨਾਰ ਕੀਤੀ ਗਈ। ਸੋ ਇਹ ਕੋਈ ਐਡੀ ਗੱਲ ਨਹੀਂ ਹੈ, ਇੱਥੇ ਵੀ ਇਹ ਚੀਜ਼ ਹੋ ਰਹੀ ਹੈਗੀ ਹੈ। ਮੈਂ ਤੁਹਾਨੂੰ ਦੱਸਿਆ ਕਿ ਸੱਤਾ ਦਾ ਜਿਹੜਾ ਲਾਲਚ ਹੈ ਉਹ ਸਭ ਕੁਝ ਕਰਵਾ ਦਿੰਦਾ ਹੈ, ਕਤਲ ਕਰਵਾ ਦਿੰਦਾ, ਖੂਨ ਕਰਵਾ ਦਿੰਦਾ। ਇਹ ਤਾਂ ਰਿਸ਼ਤੇ ਨੂੰ ਤੋੜਨ ਦੀ ਹੀ ਗੱਲ ਹੈ, ਇਹ ਤਾਂ ਉਨੀ ਸੀਰੀਅਸ ਗੱਲ ਨਹੀਂ ਹੈਗੀ। ਸੋ ਇਹ ਸਾਰਾ ਕੁਝ ਹੋ ਰਿਹਾ। ਸੋ ਜ਼ਾਤੀ ਰਿਸ਼ਤੇ ਤਾਂ ਜੋ ਹੈ ਉਹ ਖਰਾਬ ਹੈਗੇ ਹੀ ਹੈ ਪਹਿਲੇ, ਰਾਜਨੀਤਿਕ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਿਹੜਾ ਹੈ ਫਿਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਉਹ ਚੁੱਪ ਕਰਕੇ ਖਤਮ ਹੋ ਕੇ ਬਹਿ ਜਾਣਗੇ ਜਾਂ ਸਰਦਾਰ ਅਰਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਜਿਹੜੀ ਹੈ ਉਹ ਕੋਈ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਪਰਿਵਾਰ ਦੀ ਧਰੋਹਰ ਹੈ, ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਸਾਡੇ ਮਹਾਨ ਮੁੱਖ ਮੰਤਰੀ ਰਹੇ ਨੇ, ਉਹਨਾਂ ਦੇ ਕੋਈ ਉਹਨਾਂ ਨੂੰ ਯਾਦ ਰਹੇਗੀ ਔਰ ਕੋਈ ਉਹ ਫਿਰ ਹਮਲਾ ਮਾਰਨਗੇ, ਕੋਈ ਆਪਣੀ ਨਵਾਂ ਰਸਤਾ ਆਪਣੇ ਲਈ ਰਾਜਨੀਤੀ 'ਚ ਤਲਾਸ਼ਣ ਦੀ ਕੋਸ਼ਿਸ਼ ਕਰਨਗੇ ਜਾਂ ਕਾਂਗਰਸ ਪਾਰਟੀ 'ਚ ਵਾਪਸ ਜਾਣਗੇ। ਅਸੀਂ ਇਹ ਨਹੀਂ ਕਹਿ ਸਕਦੇ ਅੱਜ। ਜੋ ਕੁਝ ਕਰਨਗੇ ਉਹਨਾਂ ਦਾ ਫੈਸਲਾ ਹੈ ਔਰ ਸਾਨੂੰ ਉਹਦਾ ਇੰਤਜ਼ਾਰ ਕਰਨਾ ਪਏਗਾ ਆਉਣ ਵਾਲੇ ਕੁਝ ਹੋਰ ਦਿਨ, ਜਦੋਂ ਕਿ ਉਹ ਸਪਸ਼ਟ ਔਰ ਕਲੀਅਰ ਹੋ ਜਾਏਗਾ। ਜੀ ਬਿਲਕੁਲ। ਤਾਂ ਭੋਗਲ ਸਾਹਿਬ, ਤੁਸੀਂ ਜੁੜੇ ਸਾਡੇ ਨਾਲ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਤੁਹਾਡਾ ਵੀ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਾਂ ਸਨ ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਜਿਹੜਾ ਇਹ ਮਾਮਲਾ ਸੀਗਾ, ਪੂਰਾ ਇਨਸੀਡੈਂਟ ਹੋਇਆ, ਕੱਲ ਰੈਲੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ, ਵਿਰਸਾ ਵਲਟੋਹਾ ਨੂੰ ਉੱਥੋਂ ਟਿਕਟ ਅਨਾਊਂਸ ਕਰ ਦਿੱਤੀ ਹੈ। ਤਾਂ ਉਸ ਤੋਂ ਬਾਅਦ ਕੈਰੋਂ ਪਰਿਵਾਰ ਦੀ ਸਿਆਸਤ ਅਤੇ ਬਾਦਲ ਅਤੇ ਕੈਰੋਂ ਪਰਿਵਾਰ ਦੇ ਜਿਹੜਾ ਵਿਚਾਲੇ ਜਿਹੜੇ ਆਪਸੀ ਰਿਸ਼ਤੇ ਨੇ, ਰਿਸ਼ਤੇਦਾਰੀਆਂ ਨੇ, ਤਾਂ ਉਹ ਕਿਹੋ ਜਿਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਰਹਿ ਸਕਦੀਆਂ ਨੇ, ਉਸ ਬਾਰੇ ਪੂਰੀ ਗੱਲਬਾਤ ਕੀਤੀ ਹੈ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਅੱਗੇ ਕੈਰੋਂ ਪਰਿਵਾਰ ਕੀ ਕਰਦਾ ਹੈ, ਉਹ ਤੇ ਵੀ ਸਾਡੀ ਨਜ਼ਰ ਬਣੀ ਰਹੂਗੀ। ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਅੱਗੇ ਉਹ ਵੀ ਸਾਰੇ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਅੱਗੇ ਲਿਆ ਕੇ ਪੇਸ਼ ਕਰਾਂਗੇ। ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ। ਧੰਨਵਾਦ।